ਆਪ ਸਭ ਜੀ ਨੂੰ ਸਤਿ ਸ੍ਰੀ ਅਕਾਲ। YouTube ਚੈਨਲ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ। ਜਮਾਤ 10ਵੀਂ ਦੀ ਪੁਸਤਕ ਪੰਜਾਬੀ ਸਾਹਿਤਕ ਰੰਗ 2 ਦੇ ਵਿੱਚ ਦਰਜ ਜੀਵਨੀ ਭਾਗ ਅਸੀਂ ਕਰ ਰਹੇ ਹਾਂ। ਉੱਡਣਾ ਸਿੱਖ ਮਿਲਖਾ ਸਿੰਘ। ਮਿਲਖਾ ਸਿੰਘ ਜੋ ਕਿ ਇੱਕ ਬਹੁਤ ਅੱਛਾ ਬਹੁਤ ਵੱਡਾ ਦੌੜਾਕ ਹੈ, ਉਹਨਾਂ ਦੀ ਜੀਵਨੀ ਅਸੀਂ ਕਰ ਰਹੇ ਹਾਂ। ਮਿਲਖਾ ਸਿੰਘ ਦੇ ਨਾਂ ਨੂੰ ਹਰ ਇੱਕ ਬੱਚਾ ਜਾਣਦਾ ਹੈ। ਮਿਲਖਾ ਸਿੰਘ ਏਸ਼ੀਆ ਦਾ ਸਭ ਤੋਂ ਵੱਡਾ ਦੌੜਾਕ ਹੈ। ਉਹ 70 ਮੁਲਕਾਂ ਵਿੱਚ 82 ਵਾਰ ਮੁਕਾਬਲੇ ਦੀ ਦੌੜ ਦੌੜਿਆ, ਜਿਸ ਵਾਰ 79 ਵਾਰ ਉਸਨੇ ਜਿੱਤ ਪ੍ਰਾਪਤ ਕੀਤੀ। 1960 ਵਿੱਚ ਉਸਨੇ 400 ਮੀਟਰ ਦੀ ਦੌੜ 45.6 ਸੈਕਿੰਡ ਵਿੱਚ ਪੂਰੀ ਕੀਤੀ। ਉਸ ਨੂੰ ਜਗਤ ਪ੍ਰਸਿੱਧੀ ਹਾਸਲ ਕਰਨ ਲਈ 30,000 ਮੀਲ ਦੌੜਨ ਦਾ ਅਭਿਆਸ ਕਰਨਾ ਪਿਆ। ਏਸ਼ੀਆ ਦਾ ਸਭ ਤੋਂ ਵੱਡਾ ਦੌੜਾਕ ਮਿਲਖਾ ਸਿੰਘ, ਜਿਨ੍ਹਾਂ ਦਾ ਕਿ ਪੂਰੇ ਵਿਸ਼ਵ ਵਿੱਚ ਨਾਮ ਹੈ ਅਤੇ ਭਾਰਤ ਦੀ ਆਨ ਬਾਨ ਸ਼ਾਨ ਹਨ। ਇਹਨਾਂ ਉੱਪਰ ਇੱਕ ਫਿਲਮ ਵੀ ਬਣਾਈ ਗਈ, ਭਾਗ ਮਿਲਖਾ ਭਾਗ, ਜਿਸ ਵਿੱਚ ਕਿਰਦਾਰ ਨਿਭਾਇਆ ਹੈ ਫਰਹਾਨ ਅਖਤਰ ਨੇ। ਇਸ ਨਾਲ ਜੁੜੀ ਤੁਹਾਨੂੰ ਇੱਕ ਗੱਲ ਦੱਸਣੀ ਚਾਹਾਂਗਾ ਬੱਚਿਓ, ਕਿ ਜੋ ਇਸ ਦੇ ਨਿਰਮਾਤਾ ਨਿਰਦੇਸ਼ਕ ਸੀ, ਜੋ ਉਹਨਾਂ ਦੀ ਇੱਕ ਮਿਲਖਾ ਸਿੰਘ ਜੀ ਦੀ ਲਿਖੀ ਹੋਈ ਜੀਵਨੀ, ਉਹਨਾਂ ਦੀ ਜੋ ਆਤਮ ਕਥਾ ਲਿਖੀ ਹੋਈ ਸੀ, ਜਦੋਂ ਉਹਨਾਂ ਨੇ ਸੋਚਿਆ ਕਿ ਇਹਦੇ ਉੱਤੇ ਇੱਕ ਫਿਲਮ ਬਣਾਈ ਜਾਵੇ, ਤਾਂ ਜਦੋਂ ਉਹਨਾਂ ਤੋਂ ਸਟੋਰੀ ਮੰਗੀ ਮਿਲਖਾ ਸਿੰਘ ਜੀ ਦੀ ਕਿ ਤੁਹਾਡੀ ਜੀਵਨੀ ਸਾਨੂੰ ਦਿਓ, ਆਤਮ ਕਥਾ ਸਾਨੂੰ ਦਿਓ, ਤਾਂ ਉਹ ਕਹਿ ਰਹੇ ਕਿ ਮੈਂ ਇਸ ਨੂੰ ਵੇਚਣ ਲਈ ਨਹੀਂ ਲਿਖਿਆ, ਤਾਂ ਸਿਰਫ ਉਹਦਾ ਸ਼ੁਕਰਾਨਾ ਵਜੋਂ ਸਿਰਫ 1 ਰੁਪਇਆ ਹੀ ਲਿੱਤਾ ਅਤੇ ਨਿਰਮਾਤਾ ਨਿਰਦੇਸ਼ਕ ਨੂੰ ਆਪਣੀ ਸਟੋਰੀ ਉਹਨਾਂ ਨੂੰ ਦੇ ਦਿੱਤੀ। ਅਤੇ ਫਰਹਾਨ ਅਖਤਰ ਨੇ ਇਸ ਵਿੱਚ ਇੱਕ ਐਕਟਰ ਦਾ ਰੋਲ ਨਿਭਾਇਆ ਹੈ, ਅਰਥਾਤ ਯਾਨੀ ਕਿ ਮਿਲਖਾ ਸਿੰਘ ਦਾ ਰੋਲ ਪਲੇਅ ਕੀਤਾ ਹੈ। ਅਤੇ ਉਹਨਾਂ ਦੀ ਵੱਡੀ ਭੈਣ ਦਾ ਜੋ ਰੋਲ ਪਲੇਅ ਕੀਤਾ ਹੈ ਦਿਵਿਆ ਦੱਤਾ, ਜੋ ਕਿ ਇੰਡਸਟਰੀ ਵਿੱਚ ਪੰਜਾਬੀ ਇੰਡਸਟਰੀ ਅਤੇ ਹਿੰਦੀ ਬੋਲੀਵੁੱਡ ਵਿੱਚ ਵੀ ਬਹੁਤ ਵਧੀਆ ਤਰੀਕੇ ਨਾਲ ਜਾਣੇ ਜਾਂਦੇ ਨੇ। ਉਹਨਾਂ ਨੇ ਉਹਨਾਂ ਦੀ ਵੱਡੀ ਭੈਣ ਦਾ ਰੋਲ ਨਿਭਾਇਆ ਹੈ। ਔਰ ਭਾਗ ਮਿਲਖਾ ਭਾਗ ਫਿਲਮ ਯਾਨੀ ਕਿ ਉੱਡਣਾ ਸਿੱਖ ਫਲਾਇੰਗ ਸਿੱਖ ਤੋਂ ਇਹਨੂੰ ਹਿੰਦੀ 'ਚ ਬਣਾਇਆ ਗਿਆ ਭਾਗ ਮਿਲਖਾ ਭਾਗ, ਜੋ ਕਿ ਉਹਨਾਂ ਦੀ ਰੀਅਲ ਸਟੋਰੀ ਨਾਲ ਬਿਲਕੁਲ ਜੋ ਉਹਨਾਂ ਦੀ ਜ਼ਿੰਦਗੀ 'ਚ ਵਾਪਰਿਆ, ਜੋ ਕੁਛ ਹੋਇਆ, ਉਹ ਭਾਗ ਮਿਲਖਾ ਭਾਗ ਇੱਕ ਫਿਲਮ ਹੈ ਜੋ ਕਿ ਹਿੰਦੀ ਹੈ। ਬਹੁਤ ਹੀ ਰੂਬਰੂ ਤਰੀਕੇ ਨਾਲ, ਅੱਛੇ ਤਰੀਕੇ ਨਾਲ, ਸੁਚੱਜੇ ਢੰਗ ਨਾਲ ਉਸ ਨੂੰ ਪੇਸ਼ ਕੀਤਾ ਗਿਆ ਹੈ। ਤਾਂ ਅਸੀਂ ਉਹਨਾਂ ਬਾਰੇ ਪੜ੍ਹ ਰਹੇ ਹਾਂ। ਮਿਲਖਾ ਸਿੰਘ ਦੀ ਜਨਮ ਤਾਰੀਖ ਬਾਰੇ ਕੁਛ ਨਹੀਂ ਪਤਾ। ਉਸ ਦਾ ਬਚਪਨ ਪੱਛਮੀ ਪੰਜਾਬ ਪਾਕਿਸਤਾਨ ਦੇ ਪਿੰਡ ਗੋਬਿੰਦਪੁਰ ਮੁਜ਼ੱਫਰਗੜ੍ਹ ਵਿਖੇ ਬੀਤਿਆ। ਬਚਪਨ ਵਿੱਚ ਮਾਤਾ ਪਿਤਾ ਦੀ ਮੌਤ ਹੋਣ ਕਾਰਨ ਉਸ ਦੀ ਪਾਲਣਾ ਉਸ ਦੀ ਵੱਡੀ ਭੈਣ ਨੇ ਕੀਤੀ। ਉਹ 8 ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਉਹ ਪਿੰਡੋਂ 5-6 ਮੀਲ ਨੰਗੇ ਪੈਰ ਤਪਦੀ ਧੁੱਪਾਂ ਵਿੱਚ ਪੜ੍ਹਨ ਲਈ ਜਾਂਦਾ ਸੀ। ਛਾਵੇਂ ਪਹੁੰਚਣ ਲਈ ਦੌੜਨ ਲੱਗ ਪੈਂਦਾ ਸੀ। ਇਹ ਸਭ ਤੋਂ ਪਹਿਲੀਆਂ ਦੌੜਾਂ ਸਨ ਉਹਨਾਂ ਦੀਆਂ। 1947 ਵਿੱਚ ਦੇਸ਼ ਦੀ ਵੰਡ ਹੋਈ, 7ਵੀਂ 8ਵੀਂ ਵਿੱਚ ਪੜ੍ਹਦਾ ਸੀ। ਉਸਦਾ ਭਰਾ ਮੁਲਤਾਨ ਫੌਜ ਵਿੱਚ ਸੀ ਅਤੇ ਜਾਨ ਆਪਣੀ ਬਚਾਉਣ ਲਈ ਆਪਣੇ ਭਰਾ ਕੋਲ ਚਲੇ ਗਿਆ। 1952 ਵਿੱਚ ਉਹ ਫੌਜ ਵਿੱਚ ਭਰਤੀ ਹੋ ਗਿਆ। 1953 ਵਿੱਚ ਉਸ ਨੂੰ ਦੌੜ ਮੁਕਾਬਲੇ ਦਾ ਪਤਾ ਲੱਗਿਆ। ਉਹ ਸਰੀਰੋਂ ਕਮਜ਼ੋਰ ਸੀ। ਮਿਲਖਾ ਸਿੰਘ ਕ੍ਰਾਸ ਕੰਟਰੀ ਵਿੱਚ 6ਵੇਂ ਨੰਬਰ 'ਤੇ ਆਇਆ। ਉਸ ਨੂੰ ਪੁੱਛਿਆ ਗਿਆ ਕਿ ਉਹ 400 ਮੀਟਰ ਦੀ ਦੌੜ ਲਾ ਲਵੇਗਾ। ਮਿਲਖਾ ਸਿੰਘ ਨੂੰ ਪਤਾ ਸੀ ਕਿ 400 ਮੀਟਰ ਦੌੜ ਟਰੈਕ ਦਾ 1 ਚੱਕਰ ਹੁੰਦੀ ਹੈ। ਉਸਨੇ ਕਿਹਾ ਕਿ ਉਹ 10 ਚੱਕਰ ਲਗਾ ਸਕਦਾ ਹੈ, ਪਰੰਤੂ ਉਸਦੇ ਉਸਤਾਦ ਨੇ ਸਮਝਾਇਆ ਕਿ ਦੌੜ ਸਮੇਂ 1 ਚੱਕਰ ਵਿੱਚ 10 ਚੱਕਰਾਂ ਜਿੰਨਾ ਜ਼ੋਰ ਲਾਈਦਾ ਹੁੰਦਾ ਹੈ। ਮਿਲਖਾ ਸਿੰਘ ਨੇ ਇਸੇ ਤਰ੍ਹਾਂ ਹੀ ਕੀਤਾ ਅਤੇ ਆਪਣੀ ਕੰਪਨੀ ਵਿੱਚ ਪਹਿਲੇ ਨੰਬਰ 'ਤੇ ਆ ਗਿਆ। ਉਸਨੇ ਇਹ ਦੌੜ 1 ਮਿੰਟ 3 ਸੈਕਿੰਡ ਵਿੱਚ ਪੂਰੀ ਕਰ ਲਿੱਤੀ। ਇਸ ਪਿੱਛੋਂ ਉਹ ਲਗਾਤਾਰ ਅਭਿਆਸ ਕਰਨ ਲੱਗਿਆ। ਅਫਸਰ ਉਸ ਨੂੰ ਛੁੱਟੀ ਦੇ ਦਿੰਦੇ ਅਤੇ ਉਹ ਗਰਾਊਂਡ ਵਿੱਚ ਦੌੜਦਾ ਰਹਿੰਦਾ। ਰਾਤ ਨੂੰ ਜਦੋਂ ਸਾਥੀ ਸੋ ਜਾਂਦੇ ਸਨ ਤਾਂ ਉਹਨਾਂ ਤੋਂ ਅੱਖ ਬਚਾ ਕੇ ਗਰਾਊਂਡ ਵਿੱਚ ਆ ਕੇ ਆਪਣੀ ਪ੍ਰੈਕਟਿਸ ਕਰਦਾ ਅਤੇ ਹਨੇਰੇ ਵਿੱਚ ਹੀ ਦੌੜਦਾ ਰਹਿੰਦਾ। ਹੌਲੀ ਹੌਲੀ ਉਸ ਦੀ ਦੌੜ ਹੋਰ ਤੇਜ਼ ਹੁੰਦੀ ਗਈ। ਆਪਣੇ ਸੈਂਟਰ ਦੇ ਦੌੜ ਮੁਕਾਬਲਿਆਂ ਤੋਂ ਲੈ ਕੇ ਸਮੁੱਚੀ ਫੌਜ ਦੇ ਦੌੜ ਮੁਕਾਬਲਿਆਂ ਵਿੱਚ ਉਹ ਮੂਹਰੇ ਆਉਣ ਲੱਗ ਪਿਆ ਸੀ। ਉਹਨਾਂ ਦਿਨਾਂ ਭਾਰਤੀ ਫੌਜ ਵਿੱਚ 2 ਹੋਰ ਦੌੜਾਕ ਸਨ, ਜੋਗਿੰਦਰ ਸਿੰਘ ਅਤੇ ਸੋਹਣ ਸਿੰਘ। ਉਹਨਾਂ ਨਵੇਂ ਉੱਠਦੇ ਮਿਲਖਾ ਸਿੰਘ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਪਰੰਤੂ ਮਿਲਖਾ ਸਿੰਘ ਈਰਖਾ ਤੋਂ ਦੂਰ ਰਿਹਾ। 1956 ਵਿੱਚ ਮੈਲਬਰਨ ਦੀਆਂ ਓਲੰਪਿਕ ਖੇਡਾਂ ਵਿੱਚ ਮਿਲਖਾ ਸਿੰਘ ਭਾਰਤੀ ਟੀਮ ਵਿੱਚ ਚੁਣਿਆ ਗਿਆ। ਮੈਲਬਰਨ ਦੇ ਵਿਸ਼ਾਲ ਸਟੇਡੀਅਮ 'ਤੇ ਜੇਤੂਆਂ ਦੀ ਸ਼ਾਹੀ ਸਨਮਾਨ ਨੇ ਉਸ ਦੇ ਮਨ ਵਿੱਚ ਨਵਾਂ ਉਤਸ਼ਾਹ ਭਰ ਦਿੱਤਾ, ਬੇਸ਼ੱਕ ਉਹ ਉੱਥੇ ਹਾਰ ਹੀ ਗਿਆ ਸੀ। 1958 ਵਿੱਚ ਟੋਕੀਓ ਵਿੱਚ ਤੀਜੀਆਂ ਏਸ਼ੀਆਈ ਗੇਮਾਂ ਹੋਈਆਂ। ਇੱਥੇ ਮਿਲਖਾ ਸਿੰਘ ਸਭ ਤੋਂ ਤਕੜਾ ਐਥਲੀਟ ਸਾਬਿਤ ਹੋਇਆ। ਇਹਨਾਂ ਦਿਨਾਂ ਵਿੱਚ ਪਾਕਿਸਤਾਨ ਦਾ ਅਬਦੁਲ ਖਾਲਿਦ 200 ਮੀਟਰ ਦੀ ਦੌੜ ਦਾ ਤੇਜ਼ ਤਰਾਕ ਦੌੜਾਕ ਸੀ। ਉਸਨੇ ਮਿਲਖਾ ਸਿੰਘ ਦੀ ਦੌੜਨ ਯੋਗਤਾ ਨੂੰ ਆਪਣੇ ਮੁਕਾਬਲੇ ਤੁੱਛ ਸਮਝਿਆ। ਉਸ ਦੀ ਟਿੱਪਣੀ ਤੋਂ ਆਏ ਗੁੱਸੇ ਵਿੱਚ ਮਿਲਖਾ ਸਿੰਘ ਅੰਦਰੋਂ ਅੰਦਰ ਪੀ ਗਿਆ। ਇਸ ਦੌੜ ਵਿੱਚ ਮਿਲਖਾ ਸਿੰਘ ਨੇ ਅਬਦੁਲ ਖਾਲਿਦ ਨੂੰ ਹਰਾ ਦਿੱਤਾ। ਸਾਰਾ ਸਟੇਡੀਅਮ ਹੱਲਾਸ਼ੇਰੀ ਨਾਲ ਗੂੰਜ ਉੱਠਿਆ। ਮਿਲਖਾ ਸਿੰਘ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ।
ਉਸ ਨੂੰ ਅਖਬਾਰਾਂ ਵਾਲਿਆਂ ਨੇ ਘੇਰ ਲਿਆ। ਕੈਮਰੇ ਦੀਆਂ ਅੱਖਾਂ ਜਗਣ ਬੁਝਣ ਲੱਗੀਆਂ। ਜਾਪਾਨ ਦਾ ਬਾਦਸ਼ਾਹ ਉਸ ਨੂੰ ਇਨਾਮ ਦੇ ਰਿਹਾ ਸੀ। ਅਗਲੇ ਦਿਨ ਸਾਰੀ ਦੁਨੀਆ ਵਿੱਚ ਮਿਲਖਾ ਸਿੰਘ ਦਾ ਨਾਮ ਫੈਲ ਚੁੱਕਿਆ ਸੀ। 1958 ਤੋਂ ਲੈ ਕੇ 1960 ਤੱਕ ਉਹ ਦੁਨੀਆ ਵਿੱਚ ਘੁੰਮਿਆ। ਉਸ ਦਾ ਮੁੱਖ ਟਿਕਾਣਾ ਲੰਡਨ ਸੀ। ਇਸ ਸਮੇਂ ਦੌਰਾਨ ਉਸ ਨੂੰ ਦੁਨੀਆ ਦੇ ਚੋਟੀ ਦੇ ਦੌੜਾਕ ਹਰਾਏ ਉਹਨਾਂ ਨੇ। ਫਿਰ ਲਾਹੌਰ ਇੰਡੋ ਪਾਕ ਮੀਟ ਹੋਈ। ਇੱਥੇ ਮਿਲਖਾ ਸਿੰਘ ਨੇ ਇੰਚਾਂ ਜਾਂ ਫੁੱਟਾਂ ਨਾਲ ਨਹੀਂ ਸਗੋਂ ਗਜਾਂ ਦੇ ਫਰਕ ਨਾਲ ਦੌੜ ਜਿੱਤੀ। ਤਾਂ ਅਨਾਊਂਸਰਾਂ ਨੇ ਕਿਹਾ ਕਿ ਮਿਲਖਾ ਸਿੰਘ ਨੇ ਇਹ ਦੌੜ ਕੇ ਨਹੀਂ ਸਗੋਂ ਉੱਡ ਕੇ ਪੂਰੀ ਕੀਤੀ ਹੈ। ਇਸ ਲਈ ਮਿਲਖਾ ਸਿੰਘ ਨੂੰ ਫਲਾਇੰਗ ਸਿੱਖ ਕਹਿਣਾ ਚਾਹੀਦਾ ਹੈ। ਇਸ ਤੋਂ ਮਗਰੋਂ ਇਹ ਸ਼ਬਦ ਮਿਲਖਾ ਸਿੰਘ ਦੇ ਨਾਂ ਨਾਲ ਜੁੜ ਗਿਆ। ਉਸ ਨੂੰ ਪਦਮ ਸ਼੍ਰੀ ਸਨਮਾਨ ਵੀ ਪ੍ਰਾਪਤ ਹੋਇਆ। ਉਸਨੇ ਆਪਣੀ ਜੀਵਨੀ ਦਾ ਨਾਂ ਰੱਖਿਆ ਫਲਾਇੰਗ ਸਿੱਖ ਮਿਲਖਾ ਸਿੰਘ। ਉਪਰੋਕਤ ਖੇਡਾਂ ਤੋਂ ਕੁਝ ਸਮਾਂ ਪਹਿਲਾਂ ਮਿਲਖਾ ਸਿੰਘ ਨੇ ਸਵੀਡਨ ਵਿੱਚ ਦੌੜਦਿਆਂ 400 ਮੀਟਰ ਦੀ ਦੌੜ 45.9 ਸੈਕਿੰਡ ਵਿੱਚ ਪੂਰੀ ਕੀਤੀ। ਪੈਰਿਸ ਵਿੱਚ ਉਸ ਦਾ ਸਮਾਂ 45.8 ਸੈਕਿੰਡ ਹੋ ਗਿਆ। ਉਸ ਦਾ ਵਿਸ਼ਵਾਸ ਹੋ ਗਿਆ ਸੀ ਕਿ ਓਲੰਪਿਕ ਜਿੱਤ ਲਵੇਗਾ, ਕਿਉਂਕਿ ਉੱਥੇ ਦਾ ਪਿਛਲਾ ਰਿਕਾਰਡ 49.9 ਸੈਕਿੰਡ ਸੀ। ਉਸਨੇ ਫੈਸਲਾ ਕੀਤਾ ਕਿ 400 ਮੀਟਰ ਹੀ ਦੌੜੇਗਾ, 200 ਮੀਟਰ ਦੀ ਦੌੜ ਛੱਡ ਦੇਵੇਗਾ। ਰੋਮ ਦੀ ਦੌੜ ਪਿੱਛੋਂ ਮਿਲਖਾ ਸਿੰਘ ਉਦਾਸ ਹੋ ਗਿਆ, ਪਰੰਤੂ ਕੁਝ ਦੋਸਤਾਂ ਮਿੱਤਰਾਂ ਅਤੇ ਅਫਸਰਾਂ ਦੇ ਦਿਲਾਸੇ ਨਾਲ ਉਹ ਫਿਰ ਸੰਭਲ ਗਿਆ। 1962 ਵਿੱਚ ਜਕਾਰਤਾ ਵਿਖੇ ਚੌਥੀਆਂ ਏਸ਼ੀਆਈ ਖੇਡਾਂ ਵਿੱਚ ਉਸਨੇ ਫਿਰ ਸੋਨੇ ਦੇ ਤਮਗੇ ਜਿੱਤੇ। 1964 ਵਿੱਚ ਓਲੰਪਿਕ ਖੇਡਾਂ ਵਿੱਚ ਉਸਨੇ ਤੀਜੀ ਵਾਰ ਹਿੱਸਾ ਲਿਆ। ਅੰਤ ਟੋਕੀਓ ਦੀ ਓਲੰਪਿਕ ਦੌੜ ਦੌੜਨ ਮਗਰੋਂ ਉਸਨੇ ਦੌੜ ਨੂੰ ਅਲਵਿਦਾ ਕਹਿ ਕੇ ਆਪਣੇ ਬੂਟ ਕਿੱਲੀ ਉੱਤੇ ਟੰਗ ਦਿੱਤੇ, ਜੋ ਵੰਗਾਰ ਰਹੇ ਹਨ ਕਿ ਕੋਈ ਨਿਤਰੇ। ਤਾਂ ਮਿਲਖਾ ਸਿੰਘ ਜੀ ਬਾਰੇ ਦੇਖਿਆ, ਅਸੀਂ ਸੁਣਿਆ ਇਸ ਪਾਠ ਵਿੱਚ, ਪੜ੍ਹਿਆ ਵੀ ਉਹਨਾਂ ਬਾਰੇ ਕਿ ਕਿਸ ਤਰ੍ਹਾਂ ਫਲਾਇੰਗ ਸਿੱਖ ਮਿਲਖਾ ਸਿੰਘ ਬਣੇ। ਮਿਲਖਾ ਸਿੰਘ ਸੀ ਜੋ ਉਹਨਾਂ ਨੂੰ ਇੱਕ ਫਲਾਇੰਗ ਸਿੱਖ ਦਾ ਨਾਮ ਮਿਲਿਆ, ਉੱਡਣਾ ਸਿੱਖ, ਅਤੇ ਉਹਨਾਂ 'ਤੇ ਇੱਕ ਫਿਲਮ ਵੀ ਬਣੀ ਭਾਗ ਮਿਲਖਾ ਭਾਗ, ਜੋ ਕਿ ਇਸ ਦਾ ਹਿੰਦੀ ਰੂਪਾਂਤਰਣ ਸੀ। ਇਹਨਾਂ ਦੇ ਕੁਝ ਨਿਬੰਧਾਤਮਕ ਪ੍ਰਸ਼ਨ ਹਨ। ਉੱਡਣਾ ਸਿੱਖ ਮਿਲਖਾ ਦੀ ਜੀਵਨੀ ਬਾਰੇ ਅਸੀਂ ਉੱਪਰ ਪੜ੍ਹ ਚੁੱਕੇ ਹਾਂ। ਪ੍ਰਸ਼ਨ 2 ਹੈ, ਮਿਲਖਾ ਸਿੰਘ ਕਿਹੋ ਜਿਹਾ ਦੌੜਾਕ ਸੀ? ਏਸ਼ੀਆ ਦਾ ਸਭ ਤੋਂ ਵੱਡਾ ਦੌੜਾਕ। ਇਸ 70 ਮੁਲਕਾਂ ਵਿੱਚੋਂ 82 ਮੁਕਾਬਲਿਆਂ ਦੀ ਦੌੜ ਜਿੱਤੀ। 70 ਮੁਲਕਾਂ ਵਿੱਚ 82 ਵਾਰ ਮੁਕਾਬਲਿਆਂ ਦੀ ਦੌੜ ਦੌੜਿਆ, ਜਿਨ੍ਹਾਂ ਵਿੱਚੋਂ 79 ਵਾਰ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ। 1960 ਵਿੱਚ 400 ਮੀਟਰ ਦੀ ਦੌੜ 45.6 ਸੈਕਿੰਡ ਵਿੱਚ ਹੀ ਪੂਰੀ ਕੀਤੀ। ਉਸ ਨੂੰ ਉੱਡਣਾ ਸਿੱਖ ਕਿਹਾ ਜਾਂਦਾ ਹੈ। ਉਸ ਨੂੰ ਜਗਤ ਪ੍ਰਸਿੱਧੀ ਹਾਸਲ ਕਰਨ ਲਈ 30,000 ਮੀਲ ਦੌੜਨ ਦਾ ਅਭਿਆਸ ਕਰਨਾ ਪਿਆ। ਪ੍ਰਸ਼ਨ 3 ਹੈ, ਮਿਲਖਾ ਸਿੰਘ ਦੇ ਬਚਪਨ ਦੇ ਮੁੱਢਲੇ ਜੀਵਨ ਬਾਰੇ। ਉਹਨਾਂ ਦੀ ਜਨਮ ਤਾਰੀਖ ਬਾਰੇ ਕੁਝ ਨਹੀਂ ਪਤਾ। ਉਹਨਾਂ ਦਾ ਬਚਪਨ ਪੱਛਮੀ ਪੰਜਾਬ ਪਾਕਿਸਤਾਨ ਦੇ ਪਿੰਡ ਗੋਬਿੰਦਪੁਰ ਮੁਜ਼ੱਫਰਗੜ੍ਹ ਵਿਖੇ ਬੀਤਿਆ। ਬਚਪਨ ਵਿੱਚ ਮਾਤਾ ਪਿਤਾ ਦੀ ਮੌਤ ਹੋ ਗਈ ਸੀ। ਵੱਡੀ ਭੈਣ ਨੇ ਉਹਨਾਂ ਦੀ ਪਾਲਣਾ ਕੀਤੀ ਸੀ। 8 ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਮਿਲਖਾ ਸਿੰਘ ਨੂੰ ਉਸਤਾਦ ਨੇ ਕੀ ਕਿਹਾ? ਜਦੋਂ ਮਿਲਖਾ ਸਿੰਘ ਤੋਂ ਪੁੱਛਿਆ ਗਿਆ ਕਿ ਉਹ 400 ਮੀਟਰ ਦੀ ਦੌੜ ਲਾ ਲਵੇਗਾ ਤਾਂ ਉਸ ਨੂੰ ਪਤਾ ਸੀ ਕਿ 400 ਮੀਟਰ ਦੌੜ ਟਰੈਕ ਦਾ 1 ਚੱਕਰ ਹੁੰਦੀ ਹੈ। ਉਸਨੇ ਕਿਹਾ ਕਿ ਉਹ 10 ਚੱਕਰ ਲਾ ਲਵੇਗਾ, ਪਰੰਤੂ ਉਸਤਾਦ ਨੇ ਸਮਝਾਇਆ ਕਿ ਇੱਕ ਦੌੜ ਸਮੇਂ ਇੱਕੋ ਚੱਕਰ ਵਿੱਚ 10 ਚੱਕਰਾਂ ਜਿੰਨਾ ਜ਼ੋਰ ਲਾਉਣਾ ਪੈਂਦਾ ਹੈ। ਮਿਲਖਾ ਸਿੰਘ ਨੇ ਇਸੇ ਤਰ੍ਹਾਂ ਹੀ ਕੀਤਾ ਅਤੇ ਉਹ ਆਪਣੀ ਫੌਜੀ ਕੰਪਨੀ ਵਿੱਚ ਪਹਿਲੇ ਨੰਬਰ 'ਤੇ ਆ ਗਿਆ। ਪ੍ਰਸ਼ਨ 5 ਹੈ, ਤੀਜੀਆਂ ਏਸ਼ੀਆਈ ਗੇਮਾਂ ਵਿੱਚ ਮਿਲਖਾ ਸਿੰਘ ਨੇ ਕਿਸ ਤਰ੍ਹਾਂ ਨਾਮਣਾ ਖੱਟਿਆ? 1958 ਵਿੱਚ ਟੋਕੀਓ ਵਿੱਚ ਤੀਜੀਆਂ ਏਸ਼ੀਆਈ ਗੇਮਾਂ ਹੋਈਆਂ। ਇੱਥੇ ਮਿਲਖਾ ਸਿੰਘ ਸਭ ਤੋਂ ਤਕੜਾ ਐਥਲੀਟ ਸਾਬਿਤ ਹੋਇਆ। ਇਹਨਾਂ ਦਿਨਾਂ ਪਾਕਿਸਤਾਨ ਦਾ ਅਬਦੁਲ ਖਾਲਿਦ 200 ਮੀਟਰ ਦੀ ਦੌੜ ਦਾ ਸਭ ਤੋਂ ਤੇਜ਼ ਦੌੜਾਕ ਸੀ। ਉਸ ਦੀ ਟਿੱਪਣੀ ਤੋਂ ਗੁੱਸੇ ਹੋ ਕੇ ਮਿਲਖਾ ਸਿੰਘ ਨੇ ਉਸ ਨੂੰ ਵੀ ਹਰਾ ਦਿੱਤਾ, ਅਤੇ ਇਸੇ ਨਾਲ ਹੀ ਇੱਕਦਮ ਉਹ ਅਖਬਾਰਾਂ ਵਿੱਚ ਆ ਗਿਆ ਅਤੇ ਕੈਮਰੇ ਦੀਆਂ ਨਜ਼ਰਾਂ ਵਿੱਚ ਆ ਗਿਆ। ਕੈਮਰੇ ਦੀਆਂ ਅੱਖਾਂ ਜਗਣ ਬੁਝਣ ਲੱਗ ਪਈਆਂ। ਜਾਪਾਨ ਦਾ ਬਾਦਸ਼ਾਹ ਉਸ ਨੂੰ ਇਨਾਮ ਦੇ ਰਿਹਾ। ਅਗਲੇ ਦਿਨ ਸਾਰੀ ਦੁਨੀਆ ਵਿੱਚ ਮਿਲਖਾ ਸਿੰਘ ਦਾ ਨਾਮ ਫੈਲ ਗਿਆ। ਪ੍ਰਸ਼ਨ 6 ਹੈ, ਮਿਲਖਾ ਸਿੰਘ ਨੂੰ ਅਨਾਊਂਸਰ ਨੇ ਫਲਾਇੰਗ ਸਿੱਖ ਕਿਉਂ ਕਿਹਾ? ਲਾਹੌਰ ਵਿਖੇ ਇੱਕੋ ਜੋ ਸੀ ਇੰਡੋ ਪਾਕ ਮੀਟ ਹੋਈ। ਇੱਥੇ ਮਿਲਖਾ ਸਿੰਘ ਨੇ ਇੰਚਾਂ ਜਾਂ ਫੁੱਟਾਂ ਨਾਲ ਨਹੀਂ ਸਗੋਂ ਗਜਾਂ ਦੇ ਫਰਕ ਨਾਲ ਦੌੜ ਜਿੱਤੀ, ਅਤੇ ਅਨਾਊਂਸਰ ਨੇ ਕਿਹਾ ਕਿ ਮਿਲਖਾ ਸਿੰਘ ਨੇ ਇਹ ਦੌੜ ਕੇ ਨਹੀਂ ਸਗੋਂ ਉੱਡ ਕੇ ਜਿੱਤੀ ਹੈ। ਇਸ ਲਈ ਮਿਲਖਾ ਸਿੰਘ ਨੂੰ ਫਲਾਇੰਗ ਸਿੱਖ ਕਿਹਾ ਗਿਆ। ਇਸ ਤੋਂ ਮਗਰੋਂ ਇਹ ਸ਼ਬਦ ਮਿਲਖਾ ਸਿੰਘ ਦੇ ਨਾਂ ਨਾਲ ਹੀ ਜੁੜ ਗਿਆ। ਉਸ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਉਸਨੇ ਆਪਣੀ ਜੀਵਨੀ ਦਾ ਨਾਮ ਵੀ ਇਹੀ ਰੱਖਿਆ, ਫਲਾਇੰਗ ਸਿੱਖ ਮਿਲਖਾ ਸਿੰਘ। ਇਸ ਦੇ ਕੁਝ ਪਾਠ ਅਭਿਆਸ ਪ੍ਰਸ਼ਨ ਉੱਤਰ ਹਨ।
उड़ना सिख मिल्ख जो जीवनी रचना है प्रकाश सिंह गिल की लिखी हुई है। प्रकाश सिंह गिल की लिखी हुई एक रचना उड़ना सिख मिल्खा सिंह। मिल्खा सिंह ने किन्ने दौड़ मुकाबलिਆਂ ਵਿੱਚ हिस्सा लिया, किन्ने ਵਿੱਚ जित प्राप्त की। मिल्खा सिंह ने 82 मुकाबलिਆਂ ਵਿੱਚ हिस्सा लिया तो 79 वार जित प्राप्त की, यानी कि 82 चों कुल 3 वार उन्होंने हार प्राप्त की ਅਤੇ 79 वार जित प्राप्त की। 400 मीटर की दौड़ में जगत प्रसिद्धि हासिल करनी मिल्खा सिंह ਨੂੰ दौड़ना ਪਿਆ 30,000 मील। ਮੈਲਬਰਨ ਵਿੱਚ ਕਿਹੜੀ ਚੀਜ਼ ਨੇ ਮਿਲਖਾ ਸਿੰਘ ਨੂੰ ਪ੍ਰਭਾਵਿਤ ਕੀਤਾ? ਮੈਲਬਰਨ ਵਿੱਚ ਉੱਥੋਂ ਦੇ ਵਿਸ਼ਾਲ ਸਟੇਡੀਅਮ ਅਤੇ ਜੇਤੂਆਂ ਦੇ ਸ਼ਾਹੀ ਸਨਮਾਨ ਨੇ ਪ੍ਰਭਾਵਿਤ ਕੀਤਾ। ਪ੍ਰਸ਼ਨ 6 ਹੈ 1958 ਦੀਆਂ ਟੋਕੀਓ ਏਸ਼ੀਆਈ ਖੇਡਾਂ ਵਿੱਚ ਮਿਲਖਾ ਸਿੰਘ ਮੂਰੇ ਕਿਹੜੇ ਖਿਡਾਰੀ ਸਭ ਤੋਂ ਵੱਡੀ ਚੁਣੌਤੀ ਸਨ? ਉੱਥੋਂ ਦੇ ਤੇਜ਼ ਤਰਾਰ ਦੌਰਾਨ ਜੋ ਸੀ ਦੌੜਾਕ ਸੀ ਅਬਦੁਲ ਖਾਲਿਦ। ਕਿਹੜੀ ਦੌੜ ਜਿੱਤਣ ਮਗਰੋਂ ਦੁਨੀਆ ਵਿੱਚ ਮਿਲਖਾ ਸਿੰਘ ਹੋ ਗਈ ਸੀ? 1958 ਵਿੱਚ ਤੀਜੀਆਂ ਏਸ਼ੀਆਈ ਖੇਡਾਂ ਵਿੱਚ ਪਾਕਿਸਤਾਨ ਦੇ ਦੌੜਾਕ ਅਬਦੁਲ ਖਾਲੀ ਦੇ ਨਾਲ ਹੋਇਆ ਮੁਕਾਬਲਾ ਜਿੱਤਣ ਮਗਰੋਂ ਸਾਰੀ ਦੁਨੀਆ ਵਿੱਚ ਮਿਲਖਾ ਸਿੰਘ ਦੇ ਨਾਮ ਹੋ ਗਿਆ ਸੀ। ਪ੍ਰਸ਼ਨ 8 ਹੈ ਮਿਲਖਾ ਸਿੰਘ ਨੂੰ ਫਲਾਇੰਗ ਸਿੱਖ ਦਾ ਖਿਤਾਬ ਸਭ ਤੋਂ ਪਹਿਲਾਂ ਕਿੱਥੇ ਮਿਲਿਆ? ਪਾਕਿਸਤਾਨ ਦੇ ਅਨਾਊਂਸਰ ਨੇ ਉਦੋਂ ਅਨਾਊਂਸ ਕੀਤਾ ਜਦੋਂ ਇਹ ਇੰਡੋ ਪਾਕ ਮੀਟ ਵਿੱਚ ਦੌੜ ਕੇ ਇੰਚਾਂ ਫੁੱਟਾਂ ਨਾਲ ਨਹੀਂ ਸਗੋਂ ਗਜਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕਰਕੇ ਪ੍ਰਥਮ ਸਥਾਨ ਪ੍ਰਾਪਤ ਕੀਤਾ। ਮਿਲਖਾ ਸਿੰਘ ਕਿਹੜੀ ਦੌੜ ਕਾਰਨ ਉਦਾਸ ਹੋ ਗਿਆ? ਮਿਲਖਾ ਸਿੰਘ ਰੋਮ ਓਲੰਪਿਕ ਹਾਰਨ ਪਿੱਛੋਂ ਕਾਫੀ ਉਦਾਸ ਹੋ ਗਿਆ ਸੀ। ਪ੍ਰਸ਼ਨ 10 ਹੈ ਅੰਤਿਮ ਪ੍ਰਸ਼ਨ ਮਿਲਖਾ ਸਿੰਘ ਨੇ ਦੌੜ ਨੂੰ ਅਲਵਿਦਾ ਕਦੋਂ ਕਹੀ? 1964 ਵਿੱਚ ਟੋਕੀਓ ਓਲੰਪਿਕ ਮਗਰੋਂ ਦੌੜ ਨੂੰ ਅਲਵਿਦਾ ਕਹਿ ਦਿੱਤਾ ਅਤੇ ਆਪਣੇ ਬੂਟ ਕਿੱਲੀ ਉੱਤੇ ਟੰਗ ਦਿੱਤੇ। ਬੱਚੋ ਅਗਰ ਤੁਸੀਂ ਇਸ ਨੂੰ ਬਿਲਕੁਲ ਅੱਛੇ ਤਰੀਕੇ ਨਾਲ ਪਰਦੇ 'ਤੇ ਵੀ ਦੇਖਣਾ ਚਾਹ ਰਹੇ ਹੋ, ਅਗਰ ਜੀਵਨੀ ਪੜ੍ਹਨ ਦੇ ਨਾਲ ਨਾਲ ਸੁਣਨ ਦੇ ਨਾਲ ਨਾਲ ਇਸ ਨੂੰ ਪਰਦੇ 'ਤੇ ਵੀ ਦੇਖਣਾ ਚਾਹ ਰਹੇ ਹੋ, TV 'ਤੇ ਦੇਖਣਾ ਚਾਹ ਰਹੇ ਹੋ ਤਾਂ ਇਹਨਾਂ ਦੀ ਬਣੀ ਹੋਈ ਫਿਲਮ ਇੱਕ ਭਾਗ ਮਿਲਖਾ ਭਾਗ ਨੂੰ ਜ਼ਰੂਰ ਦੇਖਣਾ। ਧੰਨਵਾਦ।